ਅੱਜ ਜੀ ਮੈਰਿਜ ਬੇਸ ਗ੍ਰੀਨ ਕਾਰਡ ਤੇ ਫੈਮਿਲੀ ਬੇਸ ਗ੍ਰੀਨ ਕਾਰਡ ਬਾਰੇ ਗੱਲ ਕਰਾਂਗੇ, ਜਿਹੜੇ ਸਪੈਸ਼ਲੀ ਆਪਣੇ ਅਸਾਈਲਮ ਵਾਲੇ ਆ, ਅਸਾਈਲਮ ਪ੍ਰੋਸੈਸ ਦੇ ਵਿੱਚ ਆ। ਉਹਨਾਂ ਦੇ ਕਈ ਚਿਰਾਂ ਤੋਂ ਕਈ ਵਾਰੀ ਉਹਨਾਂ ਨੇ ਇਹ ਸਾਰਾ ਟੌਪਿਕ ਜਿਹੜੇ ਸਵਾਲ ਵੀ ਸਾਡੇ ਕੋਲ ਪੁੱਛਦੇ ਰਹੇ ਆ, ਰੇਡੀਓ ਤੇ ਵੀ, ਅਦਰਵਾਈਜ਼ ਵੀ। ਵਿਆਹ ਕਰਾ ਲੈਣਾ ਹੁਣ ਵਿੱਚ ਰਿਮੂਵਲ ਪ੍ਰੋਸੀਡਿੰਗ ਦੇ ਆ, ਕੀ ਆਪਸ਼ਨ ਅੱਗੇ ਹੈਗੇ ਆ, ਤੇ ਉਹਦੇ ਰਿਲੇਟਡ ਆਪਾਂ ਜਿਹੜੀ ਗੱਲ ਕਰਾਂਗੇ ਤੇ ਥੋੜਾ ਓਵਰਵਿਊ ਦੇਵਾਂਗੇ ਜਿਹਨਾਂ ਨੂੰ ਨਹੀਂ ਪਤਾ ਵਿਆਹ ਦੇ ਪ੍ਰੋਸੈਸ ਦੇ ਬਾਰੇ, ਵੇਵਰ ਦੇ ਪ੍ਰੋਸੈਸ ਦੇ ਬਾਰੇ। ਜੀ, ਜੀ। ਸੋ ਬਿਲਕੁਲ, ਸੋ ਮੈਰਿਜ ਬੇਸਡ ਜਿਹੜਾ ਗ੍ਰੀਨ ਕਾਰਡ ਆ ਉਸਨੂੰ ਜਿਹੜਾ ਉਹ ਲੈ ਕੇ ਇਹ ਹੁੰਦਾ ਆ। ਸੋ ਇਹ ਮੈਰਿਜ ਬੇਸਡ ਫਿਰ ਜਿਹੜਾ ਗ੍ਰੀਨ ਕਾਰਡ ਥਰੂ ਮੈਰਿਜ ਆ ਉਹ ਕਿਸ ਆਧਾਰ ਦੇ ਉੱਤੇ, ਕਿਹੜੀ ਕੈਟਾਗਰੀ ਦੇ ਅੰਡਰ ਜਿਹੜਾ ਇਹ ਚੀਜ਼ ਜਿਹੜੀ ਉਹ ਆਉਂਦੀ ਆ ਫਿਰ ਇਹ? ਇੱਕ ਤਾਂ ਜੀ ਸਿਟੀਜ਼ਨ ਨਾਲ ਵਿਆਹ ਕਰਾਇਆ, ਇਮੀਡੀਏਟ ਰਿਲੇਟਿਵ ਜਿਹੜਾ ਹੋ ਗਿਆ ਤੁਰੰਤ, ਮਤਲਬ ਕਿ ਸਭ ਤੋਂ ਜਿਹੜਾ ਫਾਸਟੈਸਟ ਵੇ ਉਹ ਯੂਐਸ ਸਿਟੀਜ਼ਨ ਨਾਲ ਵਿਆਹ ਕਰਾ ਕੇ ਆ। ਗ੍ਰੀਨ ਕਾਰਡ ਹੋਲਡਰ ਨਾਲ ਵੀ ਵਿਆਹ ਕਰਾ ਕੇ F2A ਕੈਟਾਗਰੀ ਦੇ ਅੰਡਰ ਜਿਹੜੀਆਂ ਤੁਹਾਨੂੰ ਵਿਆਹ ਦੇ ਥਰੂ ਆਪਸ਼ਨ ਜਿਹੜੀਆਂ ਲੱਭ ਜਾਂਦੀਆਂ। ਤੇ ਦੋ ਤਰੀਕੇ ਹੁੰਦੇ ਆ ਗ੍ਰੀਨ ਕਾਰਡ ਤੁਹਾਨੂੰ ਲੈਣ ਦੇ। ਇੱਕ ਤਾਂ ਐਡਜਸਟਮੈਂਟ ਆਫ ਸਟੇਟਸ, ਜੇ ਤੁਸੀਂ ਲੀਗਲੀ ਆਏ ਆ ਠੀਕ ਹੈ। ਤੇ ਡੀਪੋਟੇਸ਼ਨ, ਰਿਮੂਵਲ ਪ੍ਰੋਸੀਡਿੰਗ, ਰਿਮੂਵਲ ਆਰਡਰ ਵਗੈਰਾ ਨਹੀਂ ਹੈਗਾ, ਫਿਰ ਤਾਂ ਸਿੱਧਾ ਹੀ ਜਿਹੜਾ ਲੀਗਲ ਐਂਟਰੀ ਆ, ਭਾਵੇਂ ਬਾਅਦ ਚ ਬੰਦਾ ਕੱਚਾ ਵੀ ਹੋ ਗਿਆ ਹੋਵੇ, ਐਡਜਸਟਮੈਂਟ ਆਫ ਸਟੇਟਸ 485 ਫਾਈਲ ਕਰਕੇ ਉਹ ਪੱਕਾ ਹੋ ਸਕਦਾ ਸਿਟੀਜ਼ਨ ਨਾਲ ਵਿਆਹ ਕਰਾ ਕੇ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਕੱਚੇ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ, ਉਹਦੇ ਲਈ ਤੁਹਾਨੂੰ ਸਟੇਟਸ ਮੇਨਟੇਨ ਕਰਨਾ ਜਿਹੜਾ ਜ਼ਰੂਰੀ ਹੁੰਦਾ ਅਮਰੀਕਾ 'ਚ, ਇਹ ਰੂਲ ਇੱਥੇ ਦਾ। ਠੀਕ ਹੈ। ਤੇ ਜਿਹੜੇ ਬਾਰਡਰ ਤੋਂ ਟੱਪ ਕੇ ਆਏ ਆ ਜਾਂ ਜਿਹਨਾਂ ਤੇ ਡੀਪੋਟੇਸ਼ਨ ਲੱਗ ਚੁੱਕੀ ਆ, ਭਾਵੇਂ ਉਹਨਾਂ ਕੋਲ I-94 ਵੀ ਹੈਗਾ, ਜੇ ਡੀਪੋਟੇਸ਼ਨ ਲੱਗ ਗਈ ਆ ਤੇ ਉਹਨਾਂ ਨੂੰ ਜਿਹੜਾ ਇੱਕ ਪ੍ਰੋਸੈਸ ਆ ਕੌਂਸਲਰ ਪ੍ਰੋਸੈਸਿੰਗ ਐਮਬੈਸੀ ਦੇ ਵਿੱਚ ਜਾ ਕੇ ਜਿਹੜਾ ਵੀਜ਼ਾ ਉਹ ਲੈਣਾ ਪੈਂਦਾ। ਜੀ। ਸੋ ਬੇਸਿਕਲੀ ਦੋ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ ਬਣਦੀ, ਇਮੀਡੀਏਟ ਰਿਲੇਟਿਵ ਸਿਟੀਜ਼ਨ ਵਾਲੇ ਤੇ ਅੱਗੇ ਜਿਹੜਾ ਗ੍ਰੀਨ ਕਾਰਡ ਵਾਲੇ F2A, ਤੇ ਉਹਦੇ ਅੰਡਰ ਵੀ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਫਿਰ ਸਬ ਕੈਟਾਗਰੀਜ਼ ਜਿਹੜੀਆਂ ਉਹ ਆ ਜਾਂਦੀਆਂ ਆ। ਸੋ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ, ਕਿਸੇ ਦਾ ਕੋਈ ਸਾਇਲਮ ਵਾਲਾ ਕੋਈ ਮੁੱਦਾ ਨਹੀਂ, ਰੈਗੂਲਰ ਜਿਹੜਾ ਕੋਈ ਇੱਥੇ ਆਇਆ ਆ, ਉਹਦਾ ਵਿਆਹ ਜਿਹੜਾ ਹੋ ਗਿਆ, ਚਾਹੇ ਉਹ ਸਟੂਡੈਂਟ ਆ ਜਾਂ ਉਹ H1B ਦੇ ਉੱਤੇ ਸੀਗਾ ਜਾਂ ਕਿਸੇ ਵੀ E2 ਤੇ ਆ ਜਾਂ EB1 ਆ ਜਾਂ ਕੋਈ ਵੀ ਆ, ਜੇ ਉਹਨਾਂ ਦਾ ਵਿਆਹ ਹੁੰਦਾ ਆ ਸਿਟੀਜ਼ਨ ਜਾਂ ਗ੍ਰੀਨ ਕਾਰਡ ਦੇ ਨਾਲ, ਉਹਨਾਂ ਦੇ ਲਈ ਫਿਰ ਇਹ ਸਿੱਧਾ ਜਿਹੜਾ AOS ਦਾ ਰਾਹ ਹੁੰਦਾ ਆ ਜਾਂ ਫਿਰ ਉਹ ਕਿਹੜਾ ਰਾਹ ਹੁੰਦਾ ਹੈ ਉਹਦੇ ਲਈ? ਹਾਂਜੀ, AOS ਨੂੰ ਕਹਿੰਦੇ ਐਡਜਸਟਮੈਂਟ ਆਫ ਸਟੇਟਸ, ਜਾਂ ਫੋਰਨ ਨੰਬਰ ਉਹਦਾ 485 ਹੁੰਦਾ ਜੀ। ਜਿਹੜਾ ਪੱਕੇ ਤੌਰ ਤੇ ਆਇਆ, ਤਕਰੀਬਨ ਸਾਰੇ ਵੀਜ਼ੇ ਵਾਲੇ ਜਿਹੜੇ ਹੈਗੇ ਆ ਉਹ ਇੱਥੇ ਐਡਜਸਟ ਕਰ ਸਕਦੇ ਆ। ਕਈ ਐਕਸੈਪਸ਼ਨ ਹੁੰਦੀਆਂ, ਜਿੱਦਾਂ J1 ਵੀਜ਼ਾ ਹੋ ਗਿਆ, ਉਹਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਕਿ 2 ਸਾਲ ਬੰਦਾ ਬਾਹਰ ਜਾ ਕੇ ਰਵੇ ਆਪਣੀ ਕੰਟਰੀ 'ਚ। ਕਈ ਵੀਜ਼ੇ ਰਿਸਟ੍ਰਿਕਟਡ ਹੁੰਦੇ ਆ, ਪਰ ਤਕਰੀਬਨ ਸਾਰੇ ਜਿਹੜੇ ਆਪਣੇ ਪੰਜਾਬੀਆਂ ਨਾਲ ਸੰਬੰਧ ਰੱਖਦੇ ਆ, ਸਟੂਡੈਂਟ ਵੀਜ਼ਾ ਹੋ ਗਿਆ, ਟੂਰਿਸਟ ਵੀਜ਼ਾ ਹੋ ਗਿਆ, ਕੋਈ ਵੀ ਵੀਜ਼ੇ ਤੇ ਜਿਹੜਾ ਆਇਆ ਉਹ ਬੰਦਾ ਉਰੇ ਵਿਆਹ ਕਰਾ ਕੇ ਪੱਕਾ ਹੋ ਸਕਦਾ। ਤੇ ਕਈ ਇਦਾਂ ਦੇ ਵੀ ਕੇਸ ਸਾਡੇ ਕੋਲ ਆਉਂਦੇ ਆ ਕਿ ਫਿਆਂਸੇ ਵੀਜ਼ੇ ਤੇ ਆ ਜਾਂਦੇ ਆ ਤੇ ਵਿਆਹ ਉਹਨਾਂ ਨਹੀਂ ਕਰਾਉਂਦੇ, ਬਾਅਦ ਚ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੇ ਆ। ਸੋ ਫਿਆਂਸੇ ਵੀਜ਼ੇ ਦੀ ਵੀ ਲਿਮਿਟੇਸ਼ਨ ਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ। ਜਿਹੜੇ ਫਿਆਂਸੇ ਵੀਜ਼ੇ ਤੇ ਆਇਆ ਹੁੰਦਾ ਉਹਨਾਂ ਹੀ ਵਿਆਹ ਕਰਾ ਕੇ ਉਹ ਜਿਹੜਾ ਪੇਪਰ ਵਰਕ ਫਾਈਲ ਕਰ ਸਕਦਾ। ਸੋ ਇਹ ਜਿਹੜਾ J ਵੀਜ਼ਾ ਤੇ ਫਿਆਂਸੇ ਵੀਜ਼ਾ ਹੈਗਾ, ਇਹ ਐਕਸੈਪਸ਼ਨਸ ਹੈਗੀਆਂ। ਤੇ ਬਾਕੀ ਜਿਹੜੇ ਆਪਣੇ ਟੂਰਿਸਟ ਵੀਜ਼ਾ ਵਗੈਰਾ ਤੇ ਸਟੂਡੈਂਟ ਵੀਜ਼ਾ ਵਗੈਰਾ ਤੇ ਆਉਂਦੇ ਨੇ, ਉਹ ਵਿਆਹ ਕਰਾ ਕੇ ਸਿੱਧੇ ਸਿਟੀਜ਼ਨ ਨਾਲ ਉਹਦੇ ਪੱਕੇ ਹੋ ਸਕਦੇ ਆ। ਠੀਕ ਹੈ, ਠੀਕ ਹੈ। ਸੋ ਬਿਲਕੁਲ, ਤੇ ਯੂਜਲੀ ਇਹ ਪ੍ਰੋਸੈਸ ਆਪਾਂ ਜਿਹੜਾ ਉਹ ਦੇਖਦੇ ਆ ਕਿੰਨਾ ਕੁ ਲੌਂਗ ਪ੍ਰੋਸੈਸ ਆ, ਕਿੱਦਾਂ ਦੀ ਡਾਕੂਮੈਂਟੇਸ਼ਨ ਜਿਹੜੀ ਇਹਦੇ ਵਿੱਚ ਚਾਹੀਦੀ ਹੁੰਦੀ ਹੈ? ਇਹ ਪ੍ਰੋਸੈਸ ਦੇ ਵਿੱਚ ਜੀ 1.5 ਸਾਲ ਦਾ ਪ੍ਰੋਸੈਸ ਆ। ਡਾਕੂਮੈਂਟੇਸ਼ਨ ਤਾਂ ਬੇਸਿਕ ਹੀ ਹੈ, 1.5 ਸਾਲ ਲੱਗਦਾ ਉਹਨਾਂ ਨੂੰ ਪ੍ਰੋਸੈਸ ਦੇ ਵਿੱਚ ਓਵਰਆਲ ਜਿਹੜਾ ਉਹ ਹੁੰਦਾ ਆ।